ਹੈਲੋ ਬੱਚਿਓ, ਅੱਜ ਆਪਾਂ ਤੁਸੀਂ ਕਹਿ ਸਕਦੇ ਹੋ ਕਿ ਥਰਡ ਬੁੱਕ ਸਟਾਰਟ ਕਰਨ ਜਾ ਰਹੇ ਹਾਂ। ਫਾਈਨੈਂਸ਼ੀਅਲ ਸਟੇਟਮੈਂਟ ਆਫ ਕੰਪਨੀਜ਼ ਦੇ ਇਹਦਾ ਫਸਟ ਚੈਪਟਰ ਆ। ਬੜੇ ਇੰਪੋਰਟੈਂਟ ਚੈਪਟਰ ਆ ਬੱਚੇ, ਔਰ ਸਭ ਤੋਂ ਜੇ +2 ਕਲਾਸ ਵਿੱਚ ਕਹੀ ਆ ਸਭ ਤੋਂ ਈਜ਼ੀ ਚੈਪਟਰ ਇਹ ਬੱਚੇ। ਫਾਈਨੈਂਸ਼ੀਅਲ ਸਟੇਟਮੈਂਟ ਆਫ ਕੰਪਨੀ, ਫਾਈਨੈਂਸ਼ੀਅਲ ਸਟੇਟਮੈਂਟ ਆਫ ਕੰਪਨੀ ਇਹਨੂੰ ਸ਼ਾਰਟ ਫਾਰਮ ਦੇ ਵਿੱਚ ਮਤਲਬ ਈਜ਼ੀ ਵੇ ਦੇ ਵਿੱਚ ਸਮਝੀਏ ਤਾਂ ਕੰਪਨੀਜ਼ ਦੀ ਫਾਈਨੈਂਸ਼ੀਅਲ ਸਟੇਟਮੈਂਟ। ਹੁਣ ਕੰਪਨੀਜ਼ ਦੀ ਫਾਈਨੈਂਸ਼ੀਅਲ ਸਟੇਟਮੈਂਟਸ ਕੀ ਹੁੰਦੀਆਂ ਨੇ ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ +1 ਤੋਂ। ਫਾਈਨੈਂਸ਼ੀਅਲ ਸਟੇਟਮੈਂਟ ਮੀਨਸ ਪ੍ਰੋਫਿਟ ਐਂਡ ਲਾਸ ਅਕਾਊਂਟ ਔਰ ਅ ਬੈਲੈਂਸ ਸ਼ੀਟ। ਫਾਈਨੈਂਸ਼ੀਅਲ ਮੀਨਸ ਮਤਲਬ ਕੰਪਨੀ ਦੇ ਅਕਾਊਂਟਸ, ਔਰ ਸਟੇਟਮੈਂਟ ਮੀਨਸ ਉਹਨਾਂ ਦਾ ਲੇਖਾ ਜੋਖਾ। ਸੋ ਲੇਖਾ ਜੋਖਾ ਆਪਾਂ +1 'ਚ ਕਰਦੇ ਆ ਰਹੇ ਹਾਂ, ਜਿਹਨੂੰ ਆਪਾਂ ਕਹਿੰਦੇ ਆ ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਬੈਲੈਂਸ ਸ਼ੀਟ। ਕਲੀਅਰ ਬੱਚੇ? ਸੋ ਆਪਾਂ ਇਹਦੇ ਅੰਦਰ ਸਟਾਰਟ ਕਰਨ ਜਾਂਦੇ ਹਾਂ। ਅੱਜ ਦੇ ਮੀਨਿੰਗ ਤੋਂ ਕਲੀਅਰ ਕਰਾਂਗੇ ਬੱਚਾ, ਬੜਾ ਇੰਪੋਰਟੈਂਟ ਆ। ਇਹਦੇ ਥਿਊਰੀਜ਼ ਦੇ ਕੁਐਸਚਨ ਵੀ ਆ ਜਾਂਦੇ, ਲੌਂਗ ਕੁਐਸਚਨ ਵੀ ਆ ਜਾਂਦੇ, ਔਰ ਇਹਦੇ ਪ੍ਰੈਕਟੀਕਲੀ ਵੀ ਆਉਂਦੇ ਨੇ। ਸੋ ਆਪਾਂ ਸਾਰੇ ਹੀ ਕਰਾਂਗੇ 1 ਬਾਏ 1। ਹਾਂਜੀ ਬੱਚੇ, ਸਟਾਰਟ ਕਰਦੇ ਹਾਂ ਕਿ ਫਾਈਨੈਂਸ਼ੀਅਲ ਸਟੇਟਮੈਂਟ ਦਾ ਮੀਨਿੰਗ ਕੀ ਹੁੰਦਾ। ਮੀਨਿੰਗ ਆਫ ਫਾਈਨੈਂਸ਼ੀਅਲ ਸਟੇਟਮੈਂਟ ਮੀਨਸ ਇਟ ਇਜ਼ ਅ ਸਿਸਟਮੈਟਿਕ ਪ੍ਰੋਸੈਸ। ਬੱਚੇ ਧਿਆਨ ਨਾਲ ਸਮਝੀ ਆਇਓ, ਤੁਹਾਨੂੰ ਈਜ਼ੀ ਹੋ ਜਾਊਗਾ ਸਮਝਣਾ। ਜੇ ਮੀਨਿੰਗ ਕਲੀਅਰ ਹੋਊਗਾ ਤਾਂ ਹੀ ਗਾਂ ਇਹਦੇ ਪ੍ਰੈਕਟੀਕਲ ਸਮਝਣ ਲੱਗਣਗੇ। ਦੇਖੋ, it is a systematic process of identification the financial strength and weakness of the firm। ਬੱਚੇ ਆਪਾਂ ਫਾਈਨੈਂਸ਼ੀਅਲ ਅਕਾਊਂਟਸ ਕਿਉਂ ਬਣਾਉਂਦੇ ਆ, ਇਹਦਾ ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਬੈਲੈਂਸ ਸ਼ੀਟ ਕਿਉਂ ਬਣਾਉਂਦੇ ਆ, ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਜਿੰਨਾ ਆਪਾਂ ਪੈਸਾ ਖਰਚ ਰਹੇ ਹਾਂ, ਕਿਹੜੀਆਂ ਕਿਹੜੀਆਂ ਆਪਣੇ ਬਿਜ਼ਨਸ ਦੇ ਵਿੱਚ ਆਪਣੀਆਂ ਸਟਰੈਂਥ ਨੇ ਜਿਨ੍ਹਾਂ ਦੇ ਕਰਕੇ ਆਪਾਂ ਨੂੰ ਪ੍ਰੋਫਿਟਸ ਹੋਏ ਆ, ਔਰ ਕਿਹੜੇ ਕਿਹੜੀਆਂ ਆਪਣੀਆਂ ਵੀਕਨੈਸ ਨੇ ਜਿਹਦੇ ਕਰਕੇ ਆਪਣੇ ਫਰਮ ਨੂੰ ਲਾਸ ਹੋਇਆ। ਸੋ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ ਕਿ ਆਪਣੇ ਫਰਮ ਦੇ ਕਿਹੜੇ ਕਿਹੜੇ ਸਟਰੈਂਥ ਆ ਔਰ ਵੀਕਨੈਸ ਆ। ਸੋ ਇਹ ਕਿੱਥੋਂ ਪਤਾ ਲੱਗਦੀਆਂ, ਜੇ ਆਪਾਂ ਕੰਪਨੀ ਦੀ ਫਾਈਨੈਂਸ਼ੀਅਲ ਸਟੇਟਮੈਂਟ ਬਣੀ ਹੋਊਗੀ। ਕਲੀਅਰ? ਐਂਡ ਸੈਕਿੰਡ ਵਨ ਇਜ਼ ਬੱਚੇ ਦੇਖੋ, ਐਨਾਲਾਈਜ਼ ਆਫ ਫਾਈਨੈਂਸ਼ੀਅਲ ਸਟੇਟਮੈਂਟ ਇਜ਼ ਯੂਜ਼ਫੁਲ ਫॉर द ਇਨਵੈਸਟਰਸ ਸ਼ੇਅਰ ਹੋਲਡਰਸ ਐਜ਼ ਦੇ ਆਰ ਇੰਟਰਸਟਿਡ ਇਨ ਨੋਇੰਗ ਦ ਸੇਫਟੀ ਆਫ देयर ਇਨਵੈਸਟਮੈਂਟ। ਹੁਣ ਦੇਖੋ ਬੱਚੇ, ਮੈਨੂੰ ਕੋਈ ਪਰਸਨ ਕਵੇ ਕਿ ਮੇਰੀ ਕੰਪਨੀ ਆ ਤੇ ਤੂੰ ਮੇਰੀ ਕੰਪਨੀ ਦੇ ਵਿੱਚ 1 ਲੱਖ ਰੁਪਏ ਇਨਵੈਸਟ ਕਰ ਦੇ, ਤੇ ਕੇਸ ਮੈਂ ਬਿਹਾਫ ਤੇ ਕਰੂੰਗਾ। ਆਪਾਂ ਕਿਸੇ ਨੂੰ 100 ਰੁਪਇਆ 50 ਰੁਪਏ ਜਾਂ 1000 ਰੁਪਇਆ ਦੇਣ ਲੱਗੇ ਵੀ ਸੋਚਦੇ ਹਾਂ। ਸੋ 1 ਲੱਖ ਰੁਪਇਆ ਆਪਾਂ ਕਿਸੇ ਕੰਪਨੀ 'ਚ ਕਿਉਂ ਇਨਵੈਸਟ ਕਰਾਂਗੇ? ਕੰਪਨੀ ਦੇ ਵਿੱਚ ਲੋਕ ਪੈਸਾ ਇਨਵੈਸਟ ਕਰਦੇ ਕਿਸ ਚੀਜ਼ ਨੂੰ ਦੇਖ ਕੇ ਕਰਦੇ ਆ? ਕੋਈ ਪਰਸਨ ਤੁਹਾਨੂੰ ਆ ਕੇ ਕਹੀ ਜਾਵੇ ਜੀ ਮੇਰਾ ਬਿਜ਼ਨਸ ਇੰਟਰਨੈਸ਼ਨਲ ਲੈਵਲ ਤੱਕ ਚੱਲਦਾ, ਮੇਰਾ ਬਿਜ਼ਨਸ ਪੂਰਾ ਇੰਡੀਆ ਲੈਵਲ ਤੱਕ ਫੈਲਿਆ ਹੋਇਆ, ਤੁਸੀਂ ਉਹਨੂੰ ਪੁੱਛੋਗੇ ਨਾ ਵੀ ਤੇਰੇ ਕੋਲ ਕੀ ਪ੍ਰੂਫ ਆ, ਮੈਨੂੰ ਪ੍ਰੂਫ ਦਿਖਾ ਕਿ ਤੇਰਾ ਬਿਜ਼ਨਸ ਕਿੰਨਾ ਵਧੀਆ ਚੱਲਦਾ, ਤੇਰੀ ਕਿਹੜੀ ਫਰਮ ਆ, ਮੈਂ ਤਾਂ ਇਹਦਾ ਨਾਮ ਹੀ ਨਹੀਂ ਸੁਣਿਆ। ਓਕੇ ਚਲੋ, ਮੈਨੂੰ ਇਹਦੇ ਫਾਈਨੈਂਸ਼ੀਅਲ ਸਟੇਟਮੈਂਟਸ ਦਿਖਾ। ਸੋ ਜਦੋਂ ਆਪਾਂ ਇਹਨੂੰ ਐਂ ਕਵਾਂਗੇ ਕਿ ਸਾਨੂੰ ਪ੍ਰੂਫ ਦਿਖਾ, ਸਾਨੂੰ ਪਤਾ ਲੱਗੇ ਤੇਰਾ ਬਿਜ਼ਨਸ ਕਿੰਨਾ ਸਟਰੋਂਗ ਆ, ਲਾਸਟ ਈਅਰਸ ਦੇ ਪ੍ਰੋਫਿਟ ਕੀ ਨੇ, ਤਾਂ ਉਹ ਕੀ ਦਿਖਾਊਗਾ ਤੁਹਾਨੂੰ? ਫਾਈਨੈਂਸ਼ੀਅਲ ਸਟੇਟਮੈਂਟ। ਸੋ ਇਨਵੈਸਟਰਸ ਕੌਣ ਹੁੰਦੇ ਨੇ? ਜਿਹੜੇ ਲੋਕ ਪੈਸਾ ਇਨਵੈਸਟ ਕਰਦੇ ਨੇ। ਸ਼ੇਅਰ ਹੋਲਡਰ ਵੀ ਉਹੀ ਹੁੰਦੇ ਨੇ ਜਿਹੜੇ ਪੈਸਾ ਇਨਵੈਸਟ ਕਰਦੇ ਨੇ। ਸੋ ਉਹ ਪੈਸਾ ਇਨਵੈਸਟ ਕਰਨ ਤੋਂ ਪਹਿਲਾਂ ਕੀ ਦੇਖਦੇ ਨੇ? ਕੰਪਨੀ ਦੀ ਫਾਈਨੈਂਸ਼ੀਅਲ ਸਟੇਟਮੈਂਟ। ਉਹਨੂੰ ਦੇਖ ਕੇ ਕਰਦੇ ਕੀ ਨੇ? ਐਨਾਲਾਈਜ਼ ਕਰਦੇ ਨੇ। ਐਨਾਲਾਈਜ਼ ਕਰਦੇ ਨੇ ਕੰਪਨੀਜ਼ ਦੀ ਫਾਈਨੈਂਸ਼ੀਅਲ ਸਟੇਟਮੈਂਟ ਨੂੰ, ਤਾਂ ਕਿ ਉਹ ਇਹ ਡਿਸਾਈਡ ਕਰ ਸਕਣ ਕਿ ਉਹਨਾਂ ਦਾ ਜਿਹੜਾ ਕਿਤੇ ਪੈਸਾ ਇਨਵੈਸਟ ਹੋ ਰਿਹਾ ਉਹ ਸੇਫ ਆ। ਅਗਰ ਨਹੀਂ ਸੇਫ ਫਿਰ ਉਹ ਇਨਵੈਸਟਮੈਂਟ ਨਹੀਂ ਕਰਨਗੇ। ਕਲੀਅਰ ਬੱਚੇ? ਸੋ ਫਾਈਨੈਂਸ਼ੀਅਲ ਸਟੇਟਮੈਂਟਸ ਕੰਪਨੀ ਦੁਆਰਾ ਬਣਾਉਣੀਆਂ ਬਹੁਤ ਜ਼ਰੂਰੀ ਨੇ, ਤਾਂ ਕਿ ਉਹ ਲੋਕਾਂ ਤੋਂ ਪੈਸਾ ਇਨਵੈਸਟ ਕਰ ਸਕਣ, ਉਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਸਕਣ ਕਿ ਤੁਹਾਡਾ ਪੈਸਾ ਸਾਡੀ ਕੰਪਨੀ 'ਚ ਇਨਵੈਸਟ ਕੀਤਾ ਬਹੁਤ ਫਾਇਦੇਮੰਦ ਰਹੂਗਾ, ਤੁਹਾਨੂੰ ਅਸੀਂ ਰਿਟਰਨ ਵਧੀਆ ਦੇਵਾਂਗੇ, ਤੁਹਾਨੂੰ ਉਹਦੇ ਉੱਤੇ ਪੈਸਾ ਦੇਵਾਂਗੇ, ਡਿਵੀਡੈਂਡ ਦੇਵਾਂਗੇ, ਇਹਦਾ ਇੰਟਰਸਟ ਦੇਵਾਂਗੇ। ਕਲੀਅਰ ਬੱਚੇ? ਸੋ ਇਸ ਕਰਕੇ ਵੀ ਫਾਈਨੈਂਸ਼ੀਅਲ ਸਟੇਟਮੈਂਟ ਇੰਪੋਰਟੈਂਟ ਆ ਕੰਪਨੀ ਦੇ ਲਈ। ਸੋ ਇਹਦਾ ਮੀਨਿੰਗ ਆ ਫਾਈਨੈਂਸ਼ੀਅਲ ਸਟੇਟਮੈਂਟ ਦਾ, ਮੀਨਸ ਕਿ ਕੰਪਨੀ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਂਦੀ ਕਿਉਂ ਆ? ਆਈਦਰ ਇਨਵੈਸਟਰਸ ਦੇ ਲਈ, ਆਈਦਰ ਆਪਣੀ ਕੰਪਨੀ ਦੀ ਸਟਰੈਂਥ ਔਰ ਵੀਕਨੈਸ ਨੂੰ ਜਾਣਨ ਦੇ ਲਈ, ਆਈਦਰ ਥਰਡ ਪੁਆਇੰਟ ਕੀ ਕਹਿੰਦਾ, ਇਟ ਆਲਸੋ ਯੂਜ਼ਫੁਲ ਫॉर द EMPLOYEES for the business so that they assess the profitability of the business। yes, ਕਿ EMPLOYEES ਨੂੰ ਵੀ, EMPLOYEES ਕੌਣ? ਵਰਕਰ। EMPLOYEES ਨੂੰ ਵੀ ਹੈਲਪ ਕਰਦਾ। EMPLOYEES ਵੀ ਇੰਟਰਸਟਡ ਹੁੰਦੇ ਨੇ ਕਿ ਸਾਡੀ ਕੰਪਨੀ ਜਿਹਦੇ ਵਿੱਚ ਮੈਂ ਕੰਮ ਕਰ ਰਿਹਾ ਉਹ ਅੱਗੇ ਜਾ ਰਹੀ ਹੈ ਜਾਂ ਪਿੱਛੇ ਜਾ ਰਹੀ ਹੈ, ਉਹਦਾ ਅੱਗੇ ਨਾਲ ਗਰੋਥ ਹੋਈ ਜਾਂ ਨਹੀਂ ਹੋਈ। ਇਹ ਕਿੱਥੋਂ ਪਤਾ ਲੱਗੂਗੀ? ਇਹ ਪਤਾ ਲੱਗੂਗੀ ਬੱਚੇ ਕੰਪਨੀ ਦੀ ਫਾਈਨੈਂਸ਼ੀਅਲ ਸਟੇਟਮੈਂਟ ਤੋਂ। ਉੱਥੋਂ ਜਾ ਕੇ ਪਤਾ ਲੱਗੂਗਾ ਕੰਪਨੀ ਨੂੰ ਸਾਲ ਦੇ ਵਿੱਚ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ। ਸੋ ਫਾਈਨੈਂਸ਼ੀਅਲ ਸਟੇਟਮੈਂਟ ਇੰਪੋਰਟੈਂਟ ਆ ਆਪਣੇ EMPLOYEES ਲਈ, ਤਾਂ ਕਿ EMPLOYEES ਨੂੰ ਵੀ ਐਕਸਪੈਕਟੇਸ਼ਨਸ ਹੁੰਦੀਆਂ ਨੇ ਕਿ ਜੇ ਕੰਪਨੀ ਨੂੰ ਇਸ ਵਾਰ ਬੈਨੀਫਿਟਸ ਹੋਏ ਤਾਂ ਉਹ ਕਿਤੇ ਨਾ ਕਿਤੇ ਸਾਨੂੰ ਬੋਨਸ ਦੇਊਗੀ। ਸੋ ਕਲੀਅਰ ਬੱਚੇ? ਫਾਈਨੈਂਸ਼ੀਅਲ ਸਟੇਟਮੈਂਟ ਦਾ ਮੀਨਿੰਗ ਕਲੀਅਰ ਹੋਇਆ। ਫਾਈਨੈਂਸ਼ੀਅਲ ਸਟੇਟਮੈਂਟ ਕੰਪਨੀ ਦੁਆਰਾ, ਉਹਦੇ ਓਨਰ ਦੁਆਰਾ ਬਣਾਈ ਜਾਂਦੀ ਆ, ਜਿਹਦੇ ਵਿੱਚ ਹਰ ਇੱਕ ਪਰਸਨ ਇੰਟਰਸਟਡ ਹੁੰਦਾ।
ਕੰਪਨੀ ਦਾ ਮਾਲਕ ਵੀ ਇੰਟਰਸਟਡ ਹੁੰਦਾ, ਉਹਨੂੰ ਪਤਾ ਲੱਗ ਸਕੇ ਕਿ ਸਾਲ 'ਚ ਉਹਦੇ ਪ੍ਰੋਫਿਟ ਹੋਇਆ ਲਾਸ ਹੋਇਆ, ਕੀ ਪਿਛਲੇ ਸਾਲ ਨਾਲੋਂ ਇਸ ਸਾਲ ਅੱਗੇ ਜਾਂ ਵੱਧ ਰਿਹਾ ਜਾਂ ਘਟ ਰਿਹਾ ਵਾ, ਪਿਛਲੇ ਸਾਲ ਲੱਖ ਰੁਪਇਆ ਪ੍ਰੋਫਿਟ ਹੋਇਆ, ਇਸ ਸਾਲ 2 ਲੱਖ ਹੋਇਆ ਕਿ ਨਹੀਂ ਹੋਇਆ। ਸੋ ਆਪਣੇ ਆਪ ਨੂੰ ਵੀ ਕੰਪੈਰੀਜ਼ਨ ਕਰਦਾ, ਪਲੱਸ ਇਨਵੈਸਟਰਸ ਵੀ ਇੰਟਰਸਟਡ ਹੁੰਦੇ ਨੇ ਤੇ EMPLOYEES ਵੀ। ਸੋ ਨੈਕਸਟ ਹੈਡਿੰਗ ਬੱਚੇ, ਨੈਕਸਟ ਹੈਡਿੰਗ ਕੀ ਆ? ऑब्जेक्टिव्स ऑफ द फाइनेंशियल स्टेटमेंट। बच्चे जिन्हों मीनिंग क्लीयर हो गया ਉਹਦੇ ਲਈ ऑब्जेक्टिव कोई गल नहीं। हाँ जी बच्चे, ऑब्जेक्टिव की ने टू असेस द प्रॉफिटेबिलिटी। यस, फर्स्ट पॉइंट ये है कि मालक फाइनेंशियल स्टेटमेंट क्यों बनाऊगा? अपने अकाउंट्स दी अपने प्रॉफिटेबिलिटी ਨੂੰ ਅਸੈਸ ਮੀਨਸ मतलब कैलकुलेट करना कह सकते हो, कैलकुलेट ਕਰਨ ਲਈ ਕਿ ਮੈਨੂੰ ਕੰਪਨੀ ਦੇ ਵਿੱਚ ਕਿੰਨਾ ਪ੍ਰੋਫਿਟ ਹੋ ਰਿਹਾ ਜਾਂ ਲਾਸ ਹੋ ਰਿਹਾ, ਔਰ ਟੂ ਜੱਜ ਦਾ ਲੌਂਗ ਟਰਮ ਐਂਡ ਸ਼ਾਰਟ ਟਰਮ ਫਾਈਨੈਂਸ਼ੀਅਲ ਪੋਜੀਸ਼ਨ ਆਫ ਦਾ ਬਿਜ਼ਨਸ। ਇਹਦੇ ਵਿੱਚ ਕੀ ਹੈ ਕਿ ਬੱਚੇ ਕੰਪਨੀਜ਼ ਇਹ ਜੱਜ ਕਰਦੀ ਆ ਲੌਂਗ ਟਰਮ ਵੀ ਕਿ ਉਹਨੂੰ ਜਿਹੜੇ ਲੌਂਗ ਟਰਮ ਉਹਨੇ ਕਿਸੇ ਤੋਂ ਡਿਵੈਂਚਰਸ ਇਸ਼ੂ ਕੀਤੇ ਸੀ ਉਹਦੇ ਵਿੱਚ ਉਹਨੂੰ ਫਾਇਦਾ ਹੋਇਆ ਕਿ ਇਸ਼ੂ ਕਰਨ ਦਾ ਕਿ ਨਹੀਂ ਹੋਇਆ, ਜਾਂ ਲੌਂਗ ਟਰਮ ਲੋਨ ਉਹ ਲੈ ਸਕਦੀ ਹੈ, ਇੰਨੀ ਉਹਦੀ ਕੈਪੇਬਿਲਿਟੀ ਹੈਗੀ ਆ ਵੀ ਉਹ ਲੋਨ ਲੈ ਕੇ ਅੱਗੇ ਬਿਜ਼ਨਸ ਨੂੰ ਅੱਗੇ ਵਧਾ ਸਕੇ, ਕਿ ਉਹਦੇ ਕੋਲ ਲੌਂਗ ਟਰਮ ਰਿਟਰਨਸ ਹੈਗੀਆਂ ਕੋਈ। ਸ਼ਾਰਟ ਟਰਮ ਫਾਈਨੈਂਸ਼ੀਅਲ ਪੋਜੀਸ਼ਨਸ, ਸ਼ਾਰਟ ਟਰਮ ਮੀਨਸ ਲਾਈਕ ਕੈਸ਼ ਹੋ ਗਿਆ, ਡੈਟਰਸ ਹੋ ਗਏ, ਕਿ ਉਹ ਇੰਨਾ ਸਫੀਸ਼ੀਐਂਟ ਕੈਸ਼ ਹੈਗਾ ਉਹਦੇ ਕੋਲ ਕਿ ਉਹ ਆਪਣਾ ਕੰਟੀਨਿਊਟੀ ਦੇ ਵਿੱਚ ਬਿਜ਼ਨਸ ਕੰਟੀਨਿਊਟੀ ਨਾਲ ਚਲਾ ਸਕੇ। ਸੋ ਇਹ ਸਾਰੀਆਂ ਗੱਲਾਂ ऑब्जेक्टिव आ बच्चे फाइनेंशियल स्टेटमेंट। ਇਹ ਕਿੱਥੋਂ ਪਤਾ ਲੱਗਦੀਆਂ? ऑब्जेक्टिव ਮੀਨਸ ਕਾਰਨ ਕੀ ਇਹਨੂੰ ਬਣਾਉਣ ਦੇ ਫਾਈਨੈਂਸ਼ੀਅਲ ਸਟੇਟਮੈਂਟ ਨੂੰ। ਸੋ ਇਹੀ ਬੇਸਿਕ ਕਾਰਨ ਹੈ ਕਿ ਜਿਹੜਾ ਓਨਰ ਆ ਉਹ ਇੱਥੋਂ ਚੈੱਕ ਕਰ ਸਕ ਲੈਂਦਾ ਕਿ ਮੇਰੇ ਐਸੈਟਸ ਕਿਹੜੇ, ਕਰੰਟ ਐਸੈਟਸ ਕਿੰਨੇ ਨੇ, ਕਰੰਟ ਲਾਇਬਿਲਿਟੀਜ਼ ਕਿੰਨੀਆਂ ਕੁ ਨੇ, ਲੌਂਗ ਟਰਮ ਐਸੈਟਸ ਕਿੰਨੇ ਨੇ, ਲੌਂਗ ਟਰਮ ਲਾਇਬਿਲਿਟੀਜ਼ ਕਿੰਨੇ ਨੇ। ਸੋ ਉਸੇ ਬਿਹਾਫ ਤੇ ਉਹ ਡਿਸੀਜਨ ਲੈਂਦਾ। ਸੋ ਨੈਕਸਟ ਵਨ ਇਜ਼ ਟੂ ਪ੍ਰੈਜ਼ੈਂਟ ਅ ਟਰੂ ਪਿਕਚਰ ਆਫ ਦਾ ਬਿਜ਼ਨਸ। ਆਫਕੋਰਸ ਮੈਂ ਅੱਗੇ ਆਪਾਂ ਉੱਪਰ ਗੱਲ ਕਰਕੇ ਹਟਿਆ ਕਿ ਇਨਵੈਸਟਰਸ ਦੇ ਲਈ ਆਪਾਂ ਜੇ ਕਿਸੇ ਨੂੰ ਕੌਨਫੀਡੈਂਸ 'ਚ ਲੈਣਾ ਹੋਵੇ ਤਾਂ ਆਪਾਂ ਨੂੰ ਉਹਦੀ ਟਰੂ ਪਿਕਚਰ ਸ਼ੋ ਕਰਨੀ ਪੈਂਦੀ ਆ। ਸੋ ਆਪਾਂ ਕੀ ਆ ਬੱਚੇ, ਟਰੂ ਪਿਕਚਰ ਸ਼ੋ ਕਰਾਂਗੇ ਬਿਜ਼ਨਸ ਦੀ, ਤਾਂ ਜੋ ਸ਼ੇਅਰ ਹੋਲਡਰ ਆਈਦਰ ਇਨਵੈਸਟਰਸ ਨੂੰ ਆਪਾਂ ਟਰੂ ਪਿਕਚਰ ਦਿਖਾ ਸਕੀਏ ਬਿਜ਼ਨਸ ਦੀ, ਤਾਂ ਕਿ ਉਹ ਆਪਣੀ ਕੰਪਨੀ ਦੇ ਵਿੱਚ ਬਿਜ਼ਨਸ ਵਿੱਚ ਪੈਸਾ ਇਨਵੈਸਟ ਕਰਨ ਲਈ ਇੰਟਰਸਟਿਡ ਹੋਣ। ਕਲੀਅਰ ਬੱਚੇ? ਸੋ ਨੈਕਸਟ ਵਨ, ਟੂ ਪ੍ਰੋਵਾਈਡ ਅ ਰਿਲਾਇਬਲ ਐਂਡ ਅ ਸਫੀਸ਼ੀਐਂਟ ਇਨਫੋਰਮੇਸ਼ਨ ਟੂ ਦਾ ਪਾਰਟੀਜ਼। ਇੱਥੇ ਪਾਰਟੀਜ਼ ਕੌਣ ਆ ਬੱਚੇ? ਪਾਰਟੀਜ਼ ਮਤਲਬ ਆਊਟਸਾਈਡਰਸ। ਪਾਰਟੀਜ਼ ਮਤਲਬ ਆਊਟਸਾਈਡਰ ਔਰ ਇਨਸਾਈਡ। ਪਾਰਟੀਜ਼ ਕੋਈ ਵੀ ਹੋ ਸਕਦੇ ਆ। EMPLOYEE ਕੀ ਆ? ਥਰਡ ਪਾਰਟੀ ਜਿਹਨੂੰ ਆਪਾਂ ਕਹਿੰਦੇ ਨੇ ਥਰਡ ਪਾਰਟੀ, ਇਹਨੂੰ ਲਿਖ ਲਿਓ ਥਰਡ ਪਾਰਟੀ। ਟੂ ਪ੍ਰੋਵਾਈਡ ਅ ਰਿਲਾਇਬਲ ਐਂਡ ਸਫੀਸ਼ੀਐਂਟ ਇਨਫੋਰਮੇਸ਼ਨ ਟੂ ਦ ਥਰਡ ਪਾਰਟੀ। ਥਰਡ ਪਾਰਟੀ ਮੀਨਸ ਓਨਰ ਤੋਂ ਇਲਾਵਾ ਹਰ ਇੱਕ ਪਰਸਨ ਇੰਟਰਸਟਿਡ ਹੁੰਦਾ ਵਾ ਕਿਸੇ ਵੀ ਕੰਪਨੀ ਦੇ ਡਾਟਾ ਨੂੰ ਚੈੱਕ ਕਰਨ ਦੇ ਵਿੱਚ ਉਹ ਕਿੰਨਾ ਕੁ ਰਿਲਾਇਬਲ ਆ, ਕਿ ਉਹ ਇੰਨਾ ਕੁ ਸਫੀਸ਼ੀਐਂਟ ਹੈਗਾ ਕਿ ਪਰਸਨ ਉਹਨੂੰ ਰੀਡ ਆਊਟ ਕਰਕੇ ਕੌਨਫੀਡੈਂਸ ਲੈ ਸਕੇ ਕਿ ਹਾਂ ਇਹ ਕੰਪਨੀ ਦਾ ਬਿਜ਼ਨਸ ਬੜਾ ਵਧੀਆ ਚੱਲ ਰਿਹਾ ਤੇ ਮੈਂ ਇਹਦੇ ਵਿੱਚ ਪੈਸਾ ਇਨਵੈਸਟ ਕਰਾਂ। ਕਲੀਅਰ? ਮੂੰਹ ਨਾਲ ਕਹਿਣਾ ਹੀ ਸਾਰਾ ਕੁਝ ਨਹੀਂ ਹੁੰਦਾ, ਆਪਣੇ ਨੂੰ ਰਿਟਰਨ ਦੇ ਵਿੱਚ ਵੀ ਕੋਈ ਨਾ ਕੋਈ ਪ੍ਰੂਫ ਦੇਣਾ ਹੀ ਪੈਂਦਾ ਕਿ ਸਫੀਸ਼ੀਐਂਟ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਪੈਣੀ ਹੈ। ਕਲੀਅਰ ਬੱਚੇ? ਸੋ ਨੈਕਸਟ ਹੈਗਾ ਹੈਲਪਫੁਲ ਇਨ ਫੋਰਕਾਸਟਿੰਗ ਐਂਡ ਬਜਟਿੰਗ। ਆਫਕੋਰਸ ਆਪਾਂ ਪੂਰਾ ਸਾਲ ਕੰਮ ਕੀਤਾ, ਸਾਲ ਦੇ ਐਂਡ ਵਿੱਚ ਜਾ ਕੇ ਆਪਾਂ ਨੂੰ ਪਤਾ ਲਓ 2 ਲੱਖ ਰੁਪਇਆ ਪ੍ਰੋਫਿਟ ਹੋਇਆ, 3 ਲੱਖ ਰੁਪਇਆ ਪ੍ਰੋਫਿਟ ਹੋਇਆ, ਤੇ ਨੈਕਸਟ ਆਪਾਂ ਅਗਲੇ ਸਾਲ ਲਈ ਫੋਰਕਾਸਟਿੰਗ ਕਰਾਂਗੇ, ਬਜਟ ਬਣਾਵਾਂਗੇ ਕਿ ਇਸ ਸਾਲ ਸਾਨੂੰ ਇਹ ਕੰਮ ਕਰਨ ਤੇ ਬੈਨੀਫਿਟ ਹੋਇਆ ਤੇ ਫਿਊਚਰ ਦੇ ਵਿੱਚ ਅਸੀਂ ਇੱਥੇ ਹੋਰ ਪੈਸਾ ਇਨਵੈਸਟ ਕਰਾਂਗੇ। ਠੀਕ ਹੈ ਜੀ? ਆਪਾਂ ਆਪਣਾ ਬਜਟਸ ਨੂੰ ਪ੍ਰਿਪੇਅਰ ਕਰਾਂਗੇ ਤਾਂ ਜੋ ਆਪਾਂ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰ ਸਕੀਏ। ਸੋ ਫਾਈਨੈਂਸ਼ੀਅਲ ਸਟੇਟਮੈਂਟ ਦਾ ਮਤਲਬ ਇਹ ਹੋਇਆ ਕਿ ਨਾ ਕਿ ਕੰਪਨੀ ਇੰਟਰਨਲੀ ਬੈਨੀਫਿਟ ਲੈ ਸਕਦੀ ਆ, ਆਈਦਰ ਆਊਟਸਾਈਡਰਸ ਲਈ ਤਾਂ ਬੈਨੀਫਿਟ ਹੁੰਦਾ ਕਿ ਕੰਪਨੀ ਉਹਨਾਂ ਨੂੰ ਸ਼ੋ ਕਰ ਸਕੇਗੀ ਆ ਦੇਖੋ ਜੀ ਸਾਡੀਆਂ ਫਾਈਨੈਂਸ਼ੀਅਲ ਪੋਜੀਸ਼ਨਸ ਇਹ ਨੇ, ਬਟ ਇੰਟਰਨਲੀ ਵੀ ਕੰਪਨੀਜ਼ ਨੂੰ ਮਤਲਬ ਆਪਣੇ ਆਪ ਨੂੰ ਐਨਾਲਾਈਜ਼ ਕਰਨ ਲਈ ਵੀ ਬੈਨੀਫਿਟ ਹੁੰਦਾ। ਐਂਡ ਲਾਸਟ ਵਨ, ਇੰਟਰਫਰਮ ਔਰ ਇੰਟਰਾਫਰਮ ਕੰਪੈਰੀਜ਼ਨ। ਯੈਸ, ਕੰਪਨੀਜ਼ ਕੀ ਆ, ਆਈਦਰ ਰਿਲਾਇੰਸ ਕੰਪਨੀ, ਟਾਟਾ ਕੰਪਨੀ, ਜਾਂ ਕੋਈ ਵੀ ਟੈਕਸਟਾਈਲ ਕੰਪਨੀਜ਼ ਨੇ, 2-3 ਟੈਕਸਟਾਈਲ ਕੰਪਨੀਜ਼ ਨੇ, ਨੈਸਲੇ ਆ, ਵੇਰਕਾ ਵਾ, ਮਤਲਬ ਜੋ ਸੇਮ ਬਿਜ਼ਨਸ ਕਰਦੀਆਂ ਉਹ ਆਪਸ ਦੇ ਵਿੱਚ ਆਪਣਾ ਬਿਜ਼ਨਸ ਨੂੰ ਕੀ ਕੰਪੈਰੀਜ਼ਨ ਕਰਦੇ ਆ। ਤੇ ਆਪਾਂ ਦੇਖਣਾ ਟਾਟਾ ਹੋ ਗਿਆ, ਏਅਰਟੈਲ ਹੋ ਗਿਆ, ਜੀਓ ਹੋ ਗਿਆ, ਆਈਡੀਆ ਹੋ ਗਿਆ, ਇਹ ਆਪਸ 'ਚ ਕੰਪੈਰੀਜ਼ਨ ਕਰਦੇ ਆ ਕਿ ਸਾਡਾ ਮਤਲਬ ਬਿਜ਼ਨਸ ਕਿੰਨਾ ਕੁ ਗਰੋ ਕਰ ਰਿਹਾ ਵਾ। ਸੋ ਇੰਟਰਫਰਮ ਤੇ ਇੰਟਰਾਫਰਮ ਕੰਪੈਰੀਜ਼ਨ ਇਹ ਤਾਂ ਹੀ ਕਰਾਂਗੇ ਨਾ ਜੇ ਕੁਛ ਆਪਾਂ ਨੂੰ ਸਾਲ ਦੇ ਵਿੱਚ ਐਂਡ 'ਚ ਨਿਕਲਿਆ ਹੋਊਗਾ 5 ਲੱਖ ਰੁਪਇਆ ਪ੍ਰੋਫਿਟ ਆ। ਉਹ ਕਿਵੇਂ ਨਿਕਲੂਗਾ? ਜੇ ਫਾਈਨੈਂਸ਼ੀਅਲ ਸਟੇਟਮੈਂਟ ਬਣਾਵਾਂਗੇ। ਫਾਈਨੈਂਸ਼ੀਅਲ ਸਟੇਟਮੈਂਟ ਬਣਾਉਣ ਦੇ ਨਾਲ ਆਪਾਂ ਆਪਣੇ ਆਪ ਨੂੰ ਐਨਾਲਾਈਜ਼ ਕਰਾਂਗੇ, ਪਲੱਸ ਆਪਾਂ ਦੂਸਰੇ ਨਾਲ ਕੰਪੈਰੀਜ਼ਨ ਕਰਾਂਗੇ। ਕਲੀਅਰ ਬੱਚੇ? ਆਈ ਹੋਪ ਤੁਹਾਨੂੰ ਲਾਸਟ ਪੁਆਇੰਟ ਸਮਝ ਲੱਗਿਆ ਹੋ। ਇੰਟਰਫਰਮ ਔਰ ਇੰਟਰਾਫਰਮ, ਇਹ ਨਾਮ ਕਲੀਅਰ ਕਰ ਲਿਓ ਬੱਚੇ, ਇੰਟਰਫਰਮ ਕੰਪੈਰੀਜ਼ਨ ਔਰ ਇੰਟਰਾਫਰਮ ਕੰਪੈਰੀਜ਼ਨ। ਹਾਂਜੀ ਬੱਚੇ, ਇਹ ਜਿਹੜਾ ਇੰਟਰਾਫਰਮ ਕੰਪੈਰੀਜ਼ਨ ਹੈ ਨਾ,
ਇੰਟਰਾ ਵਰਡ ਦਾ ਮਤਲਬ ਤਾਂ ਆਪਾਂ ਨੂੰ ਐਂ ਲੱਗਦਾ ਵੀ ਇੱਕ ਫਰਮ ਨੂੰ ਦੂਸਰੀ ਫਰਮ ਨਾਲ ਕੰਪੈਰੀਜ਼ਨ ਕਰਨਾ, ਨਹੀਂ। ਇੰਟਰਾ ਮੀਨਸ ਇੰਟਰਨਲ ਕੰਪੈਰੀਜ਼ਨ। ਮੈਂ ਆਪਣੀ ਕੰਪਨੀ ਦਾ 2 ਸਾਲਾਂ ਦਾ ਕੰਪੈਰੀਜ਼ਨ ਕਰਾਂਗਾ ਵੀ ਇਸ ਸਾਲ ਕੀ ਪ੍ਰੋਫਿਟ ਲਾਸ ਹੋਇਆ, ਅਗਲੇ ਸਾਲ ਕੀ ਪ੍ਰੋਫਿਟ ਲਾਸ ਹੋਣਗੇ। ਇੰਟਰਾ ਮੀਨਸ ਇੰਟਰਨਲ, ਇਹ ਯਾਦ ਰੱਖਿਓ ਬੱਚੇ। ਇੰਟਰਾ ਮੀਨਸ ਇੰਟਰਨਲ ਕੰਪੈਰੀਜ਼ਨ। ਬਟ ਜਿਹੜਾ ਇੰਟਰ ਕੰਪੈਰੀਜ਼ਨ ਆ ਨਾ, ਉਹ ਹੈਗਾ ਵਾ ਵਿਦਿਨ 2 ਫਰਮਸ, ਆਈਦਰ ਆਈਡੀਆ ਔਰ ਏਅਰਟੈਲ। ਮੈਂ ਇੱਥੇ ਲਿਖ ਦਿੰਦਾ ਆਈਡੀਆ ਔਰ ਏਅਰਟੈਲ। ਜੇ ਆਈਡੀਆ ਔਰ ਏਅਰਟੈਲ ਆਪਸ ਚ ਕੰਪੈਰੀਜ਼ਨ ਕਰਦੇ ਨੇ ਤਾਂ ਉਹ ਕੀ ਆ, ਇੰਟਰ ਫਰਮ ਕੰਪੈਰੀਜ਼ਨ। ਜੇ ਇੰਟਰਾ ਫਰਮ ਆ ਦੈਟ ਮੀਨਸ ਇੱਕ, ਚਾਹੇ ਆਈਡੀਆ ਕੰਪਨੀ ਆਪਣੇ 2 ਸਾਲਾਂ ਨੂੰ ਕੰਪੈਰੀਜ਼ਨ ਕਰੀ ਹੈ, ਚਾਹੇ ਏਅਰਟੈਲ ਕੰਪਨੀ ਆਪਣੇ 2 ਸਾਲਾਂ ਨੂੰ, ਆਪਸ ਚ ਨਹੀਂ, ਆਪਣੇ ਆਪ ਨਾਲ। ਆਪਣੇ ਆਪ ਨਾਲ ਕਰਨਾ ਮਤਲਬ ਇੰਟਰਾ, ਆਪਸ ਵਿੱਚ ਕਰਨਾ ਮੀਨਸ ਇੰਟਰ। ਜਦੋਂ ਤੁਸੀਂ ਇਹਨੂੰ ਪੜੋਗੇ ਤਾਂ ਤੁਹਾਨੂੰ ਐ ਲੱਗੂਗਾ ਇੰਟਰਾ ਮਤਲਬ ਬਾਹਰ, ਨੋ, ਇੰਟਰਾ ਮੀਨਸ ਇੰਟਰਨਲ। ਕਲੀਅਰ ਬੱਚੇ? ਸੋ these are the objectives of the financial statement. So next topic is parties interested in a financial statement. ਮਤਲਬ ਕਿਹੜੇ ਲੋਕ ਇੰਟਰਸਟ ਰੱਖਦੇ ਨੇ ਕਿਸੇ ਫਰਮ ਦੀ ਫਾਈਨੈਂਸ਼ੀਅਲ ਸਟੇਟਮੈਂਟ ਚੈੱਕ ਕਰਨ ਦੇ ਲਈ। ਸੋ ਇਹਨੂੰ ਆਪਾਂ 2 ਪਾਰਟਸ ਚ ਡਿਵਾਈਡ ਕਰਾਂਗੇ ਬੱਚੇ। ਇਹਨੂੰ ਆਪਾਂ 2 ਪਾਰਟਸ ਚ ਡਿਵਾਈਡ ਕਰੇ। ਇੱਕ ਤਾਂ ਹੈਗਾ ਇੰਟਰਨਲ ਯੂਜ਼ਰਸ, ਇੱਕ ਹੈਗਾ ਐਕਸਟਰਨਲ ਯੂਜ਼ਰਸ। ਕਹਿਣ ਦਾ ਮਤਲਬ ਕਿ ਕਿਹੜੇ ਇੰਟਰਨਲੀ ਯੂਜ਼ ਕਰਦੇ ਨੇ ਫਾਈਨੈਂਸ਼ੀਅਲ ਸਟੇਟਮੈਂਟ, ਮਤਲਬ ਪ੍ਰੋਫਿਟ ਐਂਡ ਲਾਸ ਬੈਲੈਂਸ ਸ਼ੀਟ ਨੂੰ ਕੌਣ ਦੇਖਦਾ ਵਾ। ਜਾਂ ਤਾਂ ਇੰਟਰਨਲ ਲੋਕ ਦੇਖਦੇ ਨੇ ਜਾਂ ਐਕਸਟਰਨਲ। ਇੰਟਰਨਲ ਕੌਣ ਦੇਖਦੇ ਨੇ? ਜਾਂ ਤਾਂ ਸ਼ੇਅਰ ਹੋਲਡਰ ਦੇਖਣਗੇ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ, ਜਾਂ ਮੈਨੇਜਮੈਂਟ ਜਿਹਦਾ ਬਿਜ਼ਨਸ ਆ ਉਹ ਦੇਖੂਗੀ, ਜਾਂ ਇੰਪਲੋਇਜ਼ ਦੇਖਣਗੇ ਵੀ ਸਾਡੀ ਫਰਮ ਬਿਜ਼ਨਸ ਅੱਗੇ ਵਧ ਰਿਹਾ ਜਾਂ ਲਾਸ 'ਚ ਜਾ ਰਿਹਾ। ਮੈਨੇਜਮੈਂਟ ਦੇਖਦੀ ਆ ਕਿਹੜੇ ਸਾਡੇ ਸਟਰੈਂਥ ਨੇ, ਕਿਹੜੀਆਂ ਵੀਕਨੈਸਿਸ ਨੇ। ਸ਼ੇਅਰ ਹੋਲਡਰ ਦੇਖਦੇ ਆ ਵੀ ਕੀ ਕੰਪਨੀ ਗਰੋ ਕਰ ਰਹੀ ਹੈ, ਸਾਨੂੰ ਪੈਸਾ ਹੋਰ ਇਨਵੈਸਟ ਕਰਨ ਦੇ ਵਿੱਚ, ਪੈਸਾ ਹੋਰ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਕਲੀਅਰ? ਸੋ ਐਕਸਟਰਨਲ ਯੂਜ਼ਸ ਕੀ ਹੁੰਦੇ ਨੇ ਬੱਚੇ? ਸਾਰਿਆਂ ਦੇ ਨੋਟਸ ਤੁਹਾਨੂੰ ਈਜ਼ੀ ਲੈਂਗੁਏਜ ਦੇ ਵਿੱਚ ਮੈਂ ਤੁਹਾਨੂੰ ਨਾਲ ਇਸ ਵੀਡੀਓ ਦੇ ਨਾਲ ਸੈਂਡ ਕਰ ਦੂੰਗਾ। ਆਈਦਰ ਮੈਂ ਕੋਸ਼ਿਸ਼ ਵੀ ਕਰੂੰਗਾ ਕਿ ਇਹਦੇ ਥੱਲੇ ਲਿੰਕ ਸੈਂਡ ਕਰਦਾ, ਅਦਰਵਾਈਜ਼ ਜੇ ਲਿੰਕ ਨਾ ਸੈਂਡ ਹੋਇਆ ਤਾਂ ਤੁਹਾਨੂੰ ਗਰੁੱਪ ਦੇ ਵਿੱਚ ਇਹਦੇ ਨੋਟਸ ਮਿਲ ਜਾਣਗੇ ਈਜ਼ੀ ਲੈਂਗੁਏਜ ਦੇ ਵਿੱਚ, ਜਿਹੜੇ ਕਿ ਤੁਹਾਡੀ ਬੁੱਕਸ ਦੇ ਅਕੋਰਡਿੰਗ ਈਜ਼ੀ ਹੋਣਗੇ ਐਜ਼ ਕੰਪੇਅਰ ਟੂ ਤੁਹਾਡੀ ਬੁੱਕਸ। ਸੋ ਐਕਸਟਰਨਲ ਯੂਜ਼ਰਸ ਕਿਹੜੇ ਹੁੰਦੇ ਨੇ ਬੱਚੇ? ਲਾਈਕ ਬੈਂਕ। ਇੱਕ ਕੰਪਨੀ ਆ, ਉਹਦੇ ਕੋਲ ਇੰਨਾ ਸਫੀਸ਼ੀਐਂਟ ਪੈਸਾ ਨਹੀਂ ਹੁੰਦਾ, ਉਹ ਬੈਂਕ 'ਚ ਜਾਂਦੀ ਹੈ ਜੀ ਮੈਨੂੰ ਲੋਨ ਚਾਹੀਦਾ, ਤਾਂ ਬੈਂਕ ਕੀ ਮੰਗਦੀ ਆ? ਦਿਖਾਓ ਜੀ ਤੁਹਾਡੀ ਫਾਈਨੈਂਸ਼ੀਅਲ ਸਟੇਟਮੈਂਟ, ਦਿਖਾਓ ਤੁਹਾਡੇ ਪਿਛਲੇ 5 ਸਾਲਾਂ ਦਾ ਰਿਕਾਰਡ, ਕਿੰਨਾ ਪ੍ਰੋਫਿਟ ਹੋ ਰਿਹਾ, ਅਸੀਂ ਉਸ ਹਿਸਾਬ ਨਾਲ ਤੁਹਾਨੂੰ ਲੋਨ ਦੇਵਾਂਗੇ। ਕੰਪਨੀ ਨੂੰ ਪੈਸਾ ਪ੍ਰੋਫਿਟ ਤਾਂ ਹੁੰਦਾ ਹੋਵੇ 0% ਤੇ ਕੰਪਨੀ ਲੋਨ ਮੰਗੇ 10 ਲੱਖ ਦਾ, ਤਾਂ ਫਰਮ ਬੈਂਕ ਕਿੱਥੋਂ ਦੇ ਦੂਗੀ? ਸੋ ਜੇ ਕੰਪਨੀ ਚਾਹੁੰਦੀ ਆ ਕਿ ਮੈਂ ਦਿਖਾਵਾਂ ਕਿ ਮੇਰੇ ਕੋਲ ਦੇਖੋ ਕਿੰਨੇ ਪ੍ਰੋਫਿਟਸ ਨੇ ਤਾਂ ਕਿ ਮੈਨੂੰ 10 ਲੱਖ ਦਾ ਲੋਨ ਮਿਲ ਜਾਵੇ, ਤਾਂ ਕੰਪਨੀ ਨੂੰ ਫਾਈਨੈਂਸ਼ੀਅਲ ਸਟੇਟਮੈਂਟ ਦਿਖਾਉਣੀਆਂ ਹੀ ਪੈਣੀਆਂ। ਦੇਖੋ ਜੀ ਸਾਡਾ ਬਿਜ਼ਨਸ ਤਾਂ ਕਰੋੜਾਂ ਦਾ, ਸਾਨੂੰ ਪਰ ਪੈਸੇ ਦੀ ਲੋੜ ਆ, ਅਸੀਂ ਤੁਹਾਡੇ ਤੋਂ 10 ਲੱਖ ਰੁਪਇਆ ਲੋਨ ਲੈਣਾ। ਸੋ ਉਸ ਨੂੰ ਕੌਨਫੀਡੈਂਸ ਦੇ ਲੈਣ ਲਈ ਜਿਹੜੀ ਕੰਪਨੀ ਆ ਉਹ ਬੈਂਕ ਕੋਲੇ ਜਾਊਗੀ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ। ਸੋ ਐਕਸਟਰਨਲ ਯੂਜ਼ਰਸ। ਇਨਵੈਸਟਰਸ ਆਫਕੋਰਸ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਜੇ ਲੋਕਾਂ ਤੋਂ ਪੈਸਾ ਇਨਵੈਸਟ ਕਰਾਉਣਾ ਤਾਂ ਉਹਨਾਂ ਨੂੰ ਆਪਾਂ ਨੂੰ ਕੌਨਫੀਡੈਂਸ 'ਚ ਲੈਣਾ ਪੈਣਾ। ਜੇ ਬੈਂਕ ਤੋਂ ਲੋਨ ਲੈਣਾ ਤਾਂ ਵੀ ਕੌਨਫੀਡੈਂਸ 'ਚ ਲੈਣਾ ਪੈਣਾ। ਕ੍ਰੈਡੀਟਰ ਜੇ ਕਿਸ ਤੋਂ ਉਧਾਰ ਲੈਣਾ ਤਾਂ ਵੀ ਆਪਾਂ ਨੂੰ ਉਹਨੂੰ ਵਿਸ਼ਵਾਸ 'ਚ ਲੈਣਾ ਪੈਂਦਾ, ਭਾਈ ਮੈਂ ਤੇਰੇ ਪੈਸੇ ਮੋੜ ਦੂੰ, ਆ ਦੇਖੋ ਮੇਰਾ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਬਟ ਇਸ ਟਾਈਮ ਮੈਨੂੰ ਜ਼ਰੂਰਤ ਆ ਉਧਾਰ ਦੀ। ਹਾਂਜੀ, ਗਵਰਨਮੈਂਟ ਆਫਕੋਰਸ ਗਵਰਨਮੈਂਟ ਨੂੰ ਆਪਾਂ ਟੈਕਸ ਪੇ ਕਰਨਾ ਹੁੰਦਾ। ਜੇ ਆਪਾਂ ਫਾਈਨਲ ਅਕਾਊਂਟ ਨਹੀਂ ਬਣਾਵਾਂਗੇ ਤਾਂ ਗਵਰਨਮੈਂਟ ਲਾਸਟ ਵਿੱਚ ਆ ਕਹੂਗੀ ਤੁਹਾਡਾ ਤਾਂ ਹੀ ਟੈਕਸ ਪੈਣਾ ਸੀ ਤੁਹਾਡੇ ਤੇ ਜੇ ਤਾਂ ਅਸੀਂ ਗਵਰਨਮੈਂਟ ਨੂੰ ਦਿਖਾ ਦਾਂਗੇ ਸਾਡੇ ਕੋਲ ਇੰਨਾ ਟੈਕਸ ਬਣਿਆ ਤੇ ਅਸੀਂ ਇੰਨਾ ਪੇ ਕਰਤਾ ਤਾਂ ਠੀਕ ਆ। ਜੇ ਆਪਾਂ ਨਹੀਂ ਪ੍ਰੋਪਰ ਅਕਾਊਂਟਸ ਬਣਾਵਾਂਗੇ ਤਾਂ ਗਵਰਨਮੈਂਟ ਕਹੂਗੀ ਨਹੀਂ ਤੁਹਾਨੂੰ ਫਾਈਨ ਆ 2 ਲੱਖ ਰੁਪਈਆ 3 ਲੱਖ ਰੁਪਈਆ, ਹਾਲਾਂਕਿ ਆਪਣਾ ਜਿਹੜਾ ਟੈਕਸ ਉਹ 1 ਲੱਖ ਬਣਦਾ ਹੋਵੇ। ਸੋ ਗਵਰਨਮੈਂਟਸ ਦੇ ਰੂਲਸ ਐਂਡ ਰੈਗੂਲੇਸ਼ਨਸ ਵੀ ਆ ਕਿ ਹਰ ਇੱਕ ਕੰਪਨੀ ਨੇ ਅਕਾਊਂਟਸ ਬਣਾਉਣੇ ਆ। ਸੋ ਆਪਾਂ ਨੂੰ ਐਜ਼ ਅ ਲੀਗਲੀ ਵੀ ਗਵਰਨਮੈਂਟਸ ਦੀਆਂ ਸਾਰੀਆਂ ਰਿਕੁਆਇਰਮੈਂਟਸ ਨੂੰ ਕੰਪਲੀਟ ਕਰਨਾ ਪੈਂਦਾ। ਕਲੀਅਰ ਬੱਚੇ? ਇਹ ਬਹੁਤ ਇੰਪੋਰਟੈਂਟ ਟੌਪਿਕ ਆ। ਪਾਰਟੀਜ਼ ਇੰਟਰਸਟਡ ਇਨ ਫਾਈਨੈਂਸ਼ੀਅਲ ਪੋਜੀਸ਼ਨ ਬਹੁਤ ਵਾਰ ਆਉਂਦਾ ਕੁਐਸਚਨ ਦੇ ਵਿੱਚ। ਸੋ ਨੈਕਸਟ ਟੌਪਿਕ ਕੀ ਆਪਣਾ ਬੱਚੇ? ਲਿਮਿਟੇਸ਼ਨਸ ਆਫ ਦਾ ਫਾਈਨੈਂਸ਼ੀਅਲ ਸਟੇਟਮੈਂਟ। ਲਿਮਿਟੇਸ਼ਨਸ ਆਫ ਫਾਈਨੈਂਸ਼ੀਅਲ ਸਟੇਟਮੈਂਟ ਮਤਲਬ ਕੁਛ ਨਾ ਕੁਛ ਕਮੀਆਂ ਕੀ ਨੇ। ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਵੀ ਬਣਾ ਲੈਂਦੇ ਹਾਂ, ਆਪਾਂ ਬੈਲੈਂਸ ਸ਼ੀਟ ਵੀ ਬਣਾ ਲੈਂਦੇ ਹਾਂ ਤੇ ਆਪਾਂ ਨੂੰ ਪਤਾ ਵੀ ਲੱਗ ਜਾਂਦਾ ਸਾਲ ਦੇ ਵਿੱਚ ਵੀ ਐਂਡ ਦੇ ਵਿੱਚ ਪ੍ਰੋਫਿਟ ਕੀ ਆ ਲਾਸ ਵੀ ਆ। ਤੇ ਤੁਸੀਂ ਸੋਚੋਗੇ ਕਿ ਸਰ ਨੇ ਸਾਰਾ ਸਾਲ ਸਾਨੂੰ ਪੜ੍ਹਾਇਆ ਜੀ ਪ੍ਰੋਫਿਟ ਐਂਡ ਲਾਸ ਬੈਲੈਂਸ ਸ਼ੀਟ ਬਣਾਉਣ ਦਾ ਮਤਲਬ ਹੁੰਦਾ ਕਿ ਸਾਨੂੰ ਸਾਲ ਦੇ ਐਂਡ ਵਿੱਚ ਪ੍ਰੋਫਿਟ ਐਂਡ ਲਾਸ ਪਤਾ ਲੱਗ ਜਾਂਦਾ, ਬਟ ਕੁਛ ਨਾ ਕੁਛ ਕਮੀਆਂ ਵੀ ਨੇ ਇਹਦੇ ਵਿੱਚ। ਆਪਾਂ ਅਕਾਊਂਟਸ ਬਣਾਉਣਾ, ਹਰ ਚੀਜ਼ ਦੇ ਵਿੱਚ ਪੋਜ਼ੀਟਿਵ ਨੈਗੇਟਿਵ
ਆਲਵੇਜ਼ ਇਫੈਕਟ ਕਰਦੇ ਆ, ਮਤਲਬ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਸੋ ਇਹਦਾ ਨੈਗੇਟਿਵ ਇਫੈਕਟ ਕੀ ਆ, ਜੋ ਰੀਡ ਆਊਟ ਕਰੀਏ। ਐਨਾਲਾਈਜ਼ ਨॉट ਟੇਕਨ ਐਜ਼ ਅ ਇੰਡੀਕੇਟਰ ਫॉर ਅ ਫਿਊਚਰ ਫੋਰਕਾਸਟਿੰਗ। ਬੱਚੇ ਆਪਾਂ ਐਨਾਲਾਈਜ਼ ਕੀਤਾ, ਸਾਲ ਬਾਅਦ ਆਪਾਂ ਰਿਜ਼ਲਟ ਕੱਢਿਆ ਕਿ ਸਾਨੂੰ 5 ਲੱਖ ਪ੍ਰੋਫਿਟ ਹੋਇਆ। ਕੀ ਤੁਸੀਂ ਫੋਰਕਾਸਟ ਕਰ ਸਕਦੇ ਹੋ? ਕੀ ਤੁਸੀਂ ਇੱਕ ਕੰਪਨੀ ਦੇ ਲਈ ਕੰਪਨੀ ਦੇ ਫਿਊਚਰਸ ਨੂੰ ਦੇਖ ਸਕਦੇ ਹੋ ਕਿ ਇਸ ਸਾਲ ਉਹਨੇ 5 ਲੱਖ ਕਮਾਇਆ ਜਾਂ 10 ਲੱਖ ਕਮਾਇਆ ਜਾਂ 1 ਕਰੋੜ ਕਮਾਇਆ? ਕੀ ਉਹ ਅਗਲੇ ਸਾਲ ਵੀ 1 ਕਰੋੜ ਕਮਾਊਗੀ? ਕੀ ਉਹ ਅਗਲੇ ਸਾਲ 10 ਲੱਖ ਕਮਾਊਗੀ? ਕੀ ਉਹ ਅਗਲੇ ਸਾਲ ਵੀ 5 ਲੱਖ ਹੀ ਕਮਾਊਗੀ? ਨੋ। ਇਹ ਜਸਟ ਐਨਾਲਾਈਜ਼ ਨੇ, ਇਹ ਜਸਟ ਡਾਟਾ ਰਿਕਾਰਡ ਹੋ ਚੁੱਕਿਆ। ਜੋ ਇਸ ਸਾਲ ਦੀਆਂ ਸਰਕਮਸਟਾਂਸਿਸ ਦੀ ਕੰਡੀਸ਼ਨ ਸੀ ਉਹਨਾਂ ਨੂੰ ਦੇਖ ਕੇ ਆਪਾਂ ਐਨਾਲਾਈਜ਼ ਕਰ ਸਕਦੇ ਹਾਂ, ਬਟ ਆਪਾਂ ਫੋਰਕਾਸਟ ਨਹੀਂ ਕਰ ਸਕਦੇ। ਸੋ ਫਾਈਨੈਂਸ਼ੀਅਲ ਸਟੇਟਮੈਂਟ ਦੀ ਇੱਕ ਲਿਮਿਟੇਸ਼ਨ ਮੀਨਸ ਬਈ ਇਹਦਾ ਕੋਈ ਬੜਾ ਯੂਜ਼ ਨਹੀਂਗਾ। ਇਹ ਆਪਾਂ ਦੇਖ ਲਿਆ, ਠੀਕ ਆ, ਇਸ ਸਾਲ ਨੂੰ ਕੰਪੈਰੀਜ਼ਨ ਕਰ ਲਿਆ, ਬਟ ਇਹਦੇ ਨਾਲ ਲਿਖ ਕੇ ਆਪਾਂ ਅੱਗੇ ਫੋਰਕਾਸਟ ਨਹੀਂ ਕਰ ਸਕਦੇ। ਨਹੀਂ, ਜੇ ਕੰਪਨੀ ਬੜਾ ਵਧੀਆ, ਇਨਵੈਸਟਰ ਇਹ ਨਹੀਂ ਸੋਚ ਸਕਦੇ ਕਿ ਇਸ ਸਾਲ ਇਹਨੇ ਬੜੇ ਵਧੀਆ ਰਿਟਰਨ ਦਿੱਤੇ, ਅਗਲੇ ਸਾਲ ਵੀ ਆਪਾਂ ਪੈਸਾ ਇਨਵੈਸਟ ਕਰ ਲਈਏ। ਨੋ, ਸਰਕਮਸਟਾਂਸਿਸ ਬਦਲਦੇ ਰਹਿੰਦੇ ਨੇ। ਸੋ ਸੈਕੰਡ ਪੁਆਇੰਟ ਇਜ਼ ਰਿਜ਼ਲਟ ਕੈਨ ਨਾਟ ਬੀ ਟੇਕਨ ਐਜ਼ ਅ ਕਨਕਲੂਜਨ। ਆਪਾਂ ਆਲਰੇਡੀ ਕਰ ਚੁੱਕੇ ਹਾਂ। ਜੋ ਵੀ ਆਪਾਂ ਨੂੰ ਰਿਜ਼ਲਟ ਆਏ ਕਿ 5 ਲੱਖ ਪ੍ਰੋਫਿਟ ਹੋਇਆ, 10 ਲੱਖ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ, ਤਾਂ ਜੀ ਇਹ ਤਾਂ ਕੰਪਨੀ ਘਾਟੇ 'ਚ ਜਾਈ ਜਾਊਗੀ। ਨੋ, ਉਹ ਪ੍ਰੋਫਿਟ ਵੀ ਹੋ ਜਾ ਸਕਦੀ ਹੈ। ਸੋ ਕਲੀਅਰ ਬੱਚੇ? ਸੋ ਇਹਨੂੰ ਕਨਕਲੂਜਨ ਨਹੀਂ ਲੈ ਸਕਦੇ ਆਪਾਂ। ਠੀਕ ਹੈ, ਆਪਣੇ ਲਈ ਕੁਝ ਇੰਡੀਕੇਸ਼ਨਸ ਨੇ। ਕੰਪਨੀ ਸਿੱਖ ਸਕਦੀ ਆ ਕਿ ਸਾਡੀ ਕਿਹੜੀਆਂ ਵੀਕਨੈਸ ਹੈਗੀਆਂ, ਸਾਨੂੰ ਲਾਸ ਹੋ ਗਈ, ਉਹਨਾਂ ਨੂੰ ਰਿਮੂਵ ਕਰ ਸਕਦੀ ਆ। ਬਟ ਇਹ ਕੀ ਆ, ਫੋਰਕਾਸਟ ਨਹੀਂਗਾ ਜਾਂ ਕਨਕਲੂਜਨ ਨਹੀਂਗਾ ਕਿ ਹੁਣ ਇਹ ਤਾਂ ਕੰਪਨੀ ਘਾਟੇ 'ਚ ਹੀ ਜਾਊਗੀ। ਨੈਕਸਟ, ਰਿਜ਼ਲਟ ਮੇ ਬੀ ਆ ਬਾਇਸਡ। ਆਫ ਕੋਰਸ, ਹੁਣ ਮੈਂ ਬੈਂਕ ਤੋਂ ਲੋਨ ਲੈਣ ਜਾਣਾ, ਮੇਰੀ ਆਪਣੀ ਕੰਪਨੀ ਆ, ਮੈਂ ਬੈਂਕ ਨੂੰ ਜਾ ਕੇ ਕਹਿਣਾ ਮੈਨੂੰ 10 ਲੱਖ ਰੁਪਇਆ ਲੋਨ ਦੇ ਤੇ ਮੇਰੇ ਖਾਤੇ 'ਚ 1 ਰੁਪਇਆ ਵੀ ਪ੍ਰੋਫਿਟ ਨਾ ਹੋਵੇ, ਤੇ ਬੈਂਕ ਮੈਨੂੰ ਲੋਨ ਦਊਗੀ? ਨੋ। ਹੁਣ ਜੇ ਮੈਂ ਬੈਂਕ ਕੋਲੇ ਜਾਣਾ, ਅਕਾਊਂਟਸ ਤਾਂ ਮੈਂ ਹੀ ਬਣਾਉਣੇ ਆ, ਮੇਰੇ ਹੀ ਸੀਏ ਨੇ ਬਣਾਉਣੇ ਆ। ਸੋ ਮੈਂ ਕੀ ਕਰੂੰਗਾ? ਬਾਇਸਨੈਸ ਮੀਨਸ ਕਪਲੇਬਾਜੀ। ਅਕਾਊਂਟਸ ਨੂੰ ਗਲਤ ਸ਼ੋ ਕਰੂੰਗਾ ਤਾਂ ਕਿ ਮੈਂ ਬੈਂਕ ਨੂੰ ਕੌਨਫੀਡੈਂਸ ਲੈ ਸਕਾਂ ਕਿ ਉਹ ਮੈਨੂੰ 10 ਲੱਖ ਦਾ ਲੋਨ ਦੇ ਦੇ। ਤੁਸੀਂ ਦੇਖਿਆ ਹੋਣਾ ਆਈ ਥਿੰਕ ਕੋਈ ਅੰਬਾਨੀ ਅਡਾਨੀ ਪਰਸਨ ਸੀ ਜਿਨ੍ਹਾਂ ਨੇ ਬੈਂਕ ਕਰਪਟ ਕੀਤਾ। ਉਹ ਜਿਨ੍ਹਾਂ ਨੂੰ ਆਪਾਂ ਬਹੁਤ ਸਾਰੀਆਂ ਨਿਊਜ਼ ਆਉਂਦੀ ਹੈ ਕਿ ਬੈਂਕ ਕਰਪਟ ਹੋ ਗਿਆ। ਉਹ ਕਿਵੇਂ ਹੁੰਦਾ? ਲੋਕ ਫੇਕ ਫਾਈਨੈਂਸ਼ੀਅਲ ਸਟੇਟਮੈਂਟਸ ਦਿਖਾ ਕੇ ਲੋਨ ਲੈ ਲੈਂਦੇ ਨੇ, ਫਿਰ ਉਹਨਾਂ ਨੂੰ ਪੇ ਆਊਟ ਨਹੀਂ ਕਰ ਪਾਉਂਦੇ। ਉਸ ਚੀਜ਼ ਨੂੰ ਕਹਿੰਦੇ, ਇਸ ਕਰਕੇ ਕਹਿੰਦੇ ਕਿ ਰਿਜ਼ਲਟ ਮੇ ਬੀ ਬਾਇਸਡ, ਰਿਜ਼ਲਟ ਬਾਇਸਡ ਹੋ ਜਾਂਦੇ ਆ। ਐਨਾਲਾਈਜ਼ ਮੇ ਬੀ ਆ ਮੈਨੂਪੂਲੇਟਡ ਇਨ ਇਨਕਮ ਸਟੇਟਮੈਂਟ ਔਰ ਅ ਬੈਲੈਂਸ ਸ਼ੀਟ। ਇਨਕਮ ਸਟੇਟਮੈਂਟ ਮੀਨਸ ਪ੍ਰੋਫਿਟ ਐਂਡ ਲਾਸ। ਕਹਿੰਦਾ ਆਪਾਂ ਮੈਨੂਪੂਲੇਟ ਕਿੱਥੇ ਕਰਦੇ ਆ? ਐਨਾਲਾਈਜ਼ ਕਰਦੇ ਵਕਤ ਮੈਨੂਪੂਲੇਸ਼ਨ ਕਿੱਥੇ ਕਰਦੇ ਆ? ਪ੍ਰੋਫਿਟ ਐਂਡ ਲਾਸ ਦੇ ਵਿੱਚ ਤੇ ਬੈਲੈਂਸ ਸ਼ੀਟ ਦੇ ਵਿੱਚ। ਇਹੀ ਤਾਂ ਆਪਣੇ ਫਾਈਨੈਂਸ਼ੀਅਲ ਸਟੇਟਮੈਂਟਸ ਨੇ। ਇੱਥੇ ਆਪਾਂ ਘਪਲਾ ਕਰਦੇ ਆ ਪ੍ਰੋਫਿਟ ਵੱਧ ਦਿਖਾਉਣ ਦੇ ਲਈ। ਕਲੀਅਰ? ਸੋ ਨੈਕਸਟ, ਡਿਫਰੈਂਟ ਅਕਾਊਂਟਿੰਗ ਪਾਲਿਸੀਜ਼। ਆਫਕੋਰਸ ਬੱਚੇ, ਆਪਾਂ ਕੰਪੈਰੀਜ਼ਨ ਕਰ ਹੀ ਨਹੀਂ ਸਕਦੇ। ਆਪਾਂ ਹੁਣੀ ਗੱਲ ਕੀਤੀ ਕਿ ਇੰਟਰਫਰਮ ਇੰਟਰਾਫਰਮ ਦੇ ਵਿੱਚ ਕੰਪੈਰੀਜ਼ਨ ਕਿਵੇਂ ਕਰ ਲਓਗੇ ਬੱਚੇ? ਹੋ ਸਕਦਾ ਦੂਸਰਾ ਪਰਸਨ ਸਟੇਟ ਲਾਈਨ ਮੈਥਡ ਯੂਜ਼ ਕਰਦਾ ਹੋਵੇ, ਡੈਪਰੀਸੀਏਸ਼ਨ ਆਪਾਂ ਰਿਟਨ ਡਾਊਨ ਮੈਥਡ ਯੂਜ਼ ਕਰਦੇ ਹੋਈਏ, ਹੈ ਨਾ। ਬਹੁਤ ਸਾਰੇ ਅਕਾਊਂਟਿੰਗ ਪਾਲਿਸੀਜ਼ ਇਹੋ ਜਿਹੀਆਂ ਨੇ ਜਿਹੜੇ ਕੋਈ ਕੰਪਨੀ ਕੋਈ ਫੋਲੋ ਕਰਦੀ ਹੋਵੇ ਤੇ ਆਪਾਂ ਕੋਈ ਅਕਾਊਂਟਿੰਗ ਪਾਲਿਸੀਜ਼ ਫੋਲੋ ਕਰਦੀ ਹੋਵੇ। ਜਦੋਂ ਰੂਲਸ ਐਂਡ ਰੈਗੂਲੇਸ਼ਨਸ ਹੀ ਬਦਲ ਗਏ ਅਕਾਊਂਟਸ ਨੂੰ ਪ੍ਰਿਪੇਅਰ ਕਰਨ ਦੇ, ਸੋ ਕਿਤੇ ਨਾ ਕਿਤੇ ਉਹਨਾਂ ਨੂੰ ਆਪਾਂ ਕੰਪੈਰੀਜ਼ਨ ਕਰ ਹੀ ਨਹੀਂ ਸਕਦੇ ਆਪਸ ਦੇ ਵਿੱਚ। ਕਲੀਅਰ? ਸੋ ਨੈਕਸਟ ਵਨ ਕੀ ਆ? ਡੂ ਨਾਟ ਰਿਫਲੈਕਟ ਦਾ ਪ੍ਰਾਈਸ ਲਾਈਨ ਚੇਂਜ, ਪ੍ਰਾਈਸ ਲੈਵਲ ਚੇਂਜ। ਡੂ ਨਾਟ ਰਿਫਲੈਕਟ ਦਾ ਪ੍ਰਾਈਸ ਲੈਵਲ। ਆਫਕੋਰਸ ਬੱਚੇ, ਜੇ ਮੈਂ ਫਰਨੀਚਰ ਖਰੀਦਿਆ ਜਾਂ ਮਸ਼ੀਨ ਖਰੀਦੀ 5 ਲੱਖ ਰੁਪਏ ਦੀ, ਇੱਕ ਮਸ਼ੀਨ ਖਰੀਦੀ, ਉਹ 5 ਸਾਲ ਚੱਲੀ, ਮੈਂ ਡੈਪਰੀਸੀਏਸ਼ਨ ਲਾਉਣਾ, ਇਹਨਾਂ ਮੇਰੇ ਐਸਟ ਦੀ ਵੈਲਿਊ ਆ ਰਹੇਗੀ। ਹਾਲਾਂਕਿ ਉਹ ਮਸ਼ੀਨ ਦੀ ਵੈਲਿਊ 5 ਸਾਲਾਂ ਬਾਅਦ 10 ਲੱਖ ਰੁਪਇਆ ਹੋਊਗੀ, ਤੇ ਮੇਰੇ ਜਿਹੜੀ ਐਗਜ਼ੈਕਟ ਆਪਾਂ ਬੈਲੈਂਸ ਸ਼ੀਟ ਦੇ ਵਿੱਚ ਉਹੀ 5 ਲੱਖ ਸ਼ੋ ਕਰਦੇ ਰਹਿੰਦੇ ਆ। ਬਟ ਜਿਹੜੀ ਆਪਣੀ ਪ੍ਰਾਈਸ ਲੈਵਲ, ਉਹ ਤਾਂ ਘੰਟੇ ਬਾਅਦ ਚੇਂਜ ਹੋ ਜਾਂਦਾ, ਪ੍ਰਾਈਸ ਲੈਵਲ ਤਾਂ 2 ਦਿਨਾਂ ਚੇਂਜ ਹੋ ਜਾਂਦਾ, ਮਹੀਨੇ ਬਾਅਦ ਚੇਂਜ ਹੋ ਜਾਂਦਾ। ਬਟ ਆਪਣੇ ਜਿਹੜੇ ਫਾਈਨੈਂਸ਼ੀਅਲ ਅਕਾਊਂਟਸ ਨੇ ਉਹਨਾਂ ਦੇ ਜਿਹੜੇ ਆਪਣੇ ਐਸਟਸ ਦੀ ਵੈਲਿਊ ਆ ਉਹ ਆਪਾਂ ਉਹੀ ਲੈਣੇ ਆ ਜੋ ਹਿਸਟੋਰੀਕਲ ਕਾਸਟ ਆ ਜਿਹਦੇ ਤੇ ਆਪਾਂ ਖਰੀਦਿਆ ਹੁੰਦਾ। ਆਪਾਂ ਪ੍ਰਾਈਸ ਚੇਂਜਿੰਗ ਲੈਵਲ ਦੇ ਹਿਸਾਬ ਨਾਲ ਆਪਾਂ ਰਿਕਾਰਡ ਨਹੀਂ ਕਰਦੇ, ਸੋ ਉਹਦੇ ਨਾਲ ਕੀ ਅਕਾਊਂਟਸ ਗਲਤ ਬਣਦੇ। ਮੈਂ ਕਹੀ ਜਾਂਦਾ ਮੇਰਾ ਐਸਟ 5 ਲੱਖ ਦਾ, ਹਾਲਾਂਕਿ ਹੋ ਸਕਦਾ ਮਾਰਕੀਟ ਦੇ ਵਿੱਚ ਉਹਦਾ ਰੇਟ 5 ਦਾ 8 ਹੋ ਗਿਆ ਹੋਵੇ ਜਾਂ 5 ਦੀ ਬਜਾਏ 3 ਹੋ ਗਿਆ ਹੋਵੇ, ਬਟ ਮੈਂ ਕਹਿ ਰਿਹਾ ਕਿ ਮੇਰਾ ਐਸਟ ਆ ਜਿਹੜਾ 5 ਲੱਖ ਦਾ ਹੀ ਮੈਂ ਰਿਕਾਰਡ ਕਰਦਾ ਰਿਹਾ ਤੇ ਪਿਛਲੇ 2-3 ਸਾਲਾਂ ਤੋਂ। ਸੋ ਇਹ ਕੀ ਆ? ਇਹ ਇੱਕ ਨੈਗੇਟਿਵ ਪੁਆਇੰਟ ਆ ਕਿ ਆਪਣੀ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਨੇ ਉਹ ਟਰੂ ਪਿਕਚਰ ਨਹੀਂ ਸ਼ੋ ਕਰਦੀਆਂ। ਐਂਡ ਲਾਸਟ ਵਨ, ਇਗਨੋਰ ਦਾ ਹਿਊਮਨ ਰਿਸੋਰਸਿਸ। ਆਫਕੋਰਸ, ਜਿਹੜਾ ਬੰਦਾ ਮਿਹਨਤ ਕਰ ਰਿਹਾ, ਅਕਾਊਂਟਸ ਬਣਾ ਰਿਹਾ, ਵਰਕਰ ਕੰਮ ਕਰ ਰਿਹਾ, ਲੇਬਰ ਪ੍ਰੋਡਕਸ਼ਨ ਕਰ ਰਹੀ ਆ,
है ना, ਇੰਨੇ EMPLOYEES ਤੁਹਾਡੀ ਆਰਗੇਨਾਈਜੇਸ਼ਨ ਦੇ ਅੰਦਰ ਕੰਮ ਕਰਦੀ ਹੈ, ਉਹਦਾ ਕਿਤੇ ਵੀ ਰਿਕਾਰਡ ਨਹੀਂ ਕੀਤਾ ਜਾਂਦਾ। ਹਾਲਾਂਕਿ ਹਿਊਮਨ ਰਿਸੋਰਸਿਸ ਸਭ ਤੋਂ ਸਟਰੋਂਗ ਪੁਆਇੰਟ ਆ ਇੱਕ ਮੈਨੇਜਮੈਂਟ ਦਾ ਬਿਜ਼ਨਸ ਨੂੰ ਗਰੋ ਕਰਨ ਦੇ ਲਈ। ਜੇ ਹਿਊਮਨ ਰਿਸੋਰਸਿਸ ਓਨੈਸਟ ਆ, ਮਤਲਬ ਕੰਪਨੀ ਦੇ EMPLOYEES ਓਨੈਸਟ ਆ, ਸਹੀ ਤਰੀਕੇ ਨਾਲ ਕੰਮ ਕਰ ਰਹੇ ਨੇ, ਤਾਂ ਉਸ ਤੋਂ ਵਧੀਆ ਕੋਈ ਕੰਪਨੀ ਗਰੋ ਹੀ ਨਹੀਂ ਕਰ ਸਕਦੀ। ਬਟ ਆਪਾਂ ਅਕਾਊਂਟਿੰਗ ਦੇ ਅੰਦਰ, ਫਾਈਨੈਂਸ਼ੀਅਲ ਸਟੇਟਮੈਂਟਸ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਰਿਕਾਰਡ ਹੀ ਨਹੀਂ ਕਰਦੇ। ਹਿਊਮਨ ਰਿਸੋਰਸਿਸ ਦੀ ਮੈਨ ਪਾਵਰ ਨੂੰ ਰਿਕਾਰਡ ਹੀ ਨਹੀਂ ਕਰਦੇ, ਉਹਦੀ ਵੈਲਿਊ ਨੂੰ ਰਿਕਾਰਡ ਹੀ ਨਹੀਂ ਕਰਦੇ। ਸੋ ਇਹ ਵੀ ਕਿਤੇ ਨਾ ਕਿਤੇ ਇੱਕ ਤਰ੍ਹਾਂ ਬਾਇਸਨੈਸ ਆ। ਸੋ ਜਿਹਦੇ ਕਰਕੇ ਫਾਈਨੈਂਸ਼ੀਅਲ ਸਟੇਟਮੈਂਟਸ ਆਪਾਂ ਨੂੰ ਐਗਜ਼ੈਕਟ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰਦੀਆਂ। ਸੋ ਬੱਚੇ ਇਹ ਤਾਂ ਸੀਗੀਆਂ ਲਿਮਿਟੇਸ਼ਨਸ। ਇਸ ਚੈਪਟਰ ਦੇ ਅੰਦਰ ਬੱਚੇ ਆਬਜੈਕਟਿਵਸ, ਐਡਵਾਂਟੇਜ ਤੇ ਲਿਮਿਟੇਸ਼ਨਸ ਬਹੁਤ ਇੰਪੋਰਟੈਂਟ ਨੇ, ਪਲੱਸ ਪਾਰਟੀਜ਼। ਮੈਂ ਮੇਨ ਟੌਪਿਕ ਹੀ ਕਰਵਾ ਰਿਹਾ ਤੁਹਾਨੂੰ, ਇਹੀ ਇੰਪੋਰਟੈਂਟ ਨੇ। ਹੁਣ ਬੱਚੇ ਚਾਹੇ ਐਡਵਾਂਟੇਜ ਆਬਜੈਕਟਿਵਸ ਇਹ ਸੇਮ ਨੇ, ਯਾਦ ਰੱਖਿਓ। ਆਬਜੈਕਟਿਵ ਕੀ ਆ, ਜੋ ਆਪਾਂ ਆਬਜੈਕਟਿਵਸ ਕੀਤੇ ਉਹੀ ਆਪਣੇ ਐਡਵਾਂਟੇਜ ਨੇ। ਮੈਂ ਕਹਿ ਰਿਹਾ ਕਿ ਆਬਜੈਕਟਿਵ ਆ ਫਾਈਨੈਂਸ਼ੀਅਲ ਸਟੇਟਮੈਂਟ ਦੱਸਣ ਦਾ ਕਿ ਆਪਾਂ ਟਰੂ ਪਿਕਚਰ ਫਾਈਂਡ ਆਊਟ ਕਰ ਸਕੀਏ। ਸੋ ਐਡਵਾਂਟੇਜ ਵੀ ਤਾਂ ਉਹੀ ਆ ਨਾ ਕਿ ਆਪਾਂ ਟਰੂ ਪਿਕਚਰ ਫਾਈਂਡ ਆਊਟ ਕਰ ਸਕੀਏ। ਕਲੀਅਰ ਬੱਚੇ। ਸੋ ਲਾਸਟ ਟॉपिक बड़ा ही इंपॉर्टेंट, टूल्स ऑफ द फाइनेंशियल स्टेटमेंट। सो लास्ट टॉपिक इज टूल्स एंड टेक्निक्स, दोनों सेम ने ऑफ द फाइनेंशियल स्टेटमेंट। अपने को 5 टूल ने कि आप किमें एनालाइज कर सकते हैं। एनालाइज मीनस अपनी फाइनेंशियल स्टेटमेंट्स ਨੂੰ, फाइनेंशियल स्टेटमेंट मीनस बैलेंस शीट ਤੇ प्रॉफिट एंड लॉस ਨੂੰ ਆਪਾਂ ਕਿਵੇਂ ਐਨਾਲਾਈਜ਼ ਕਰ ਸਕਦੇ ਹਾਂ। ਆ 5 ਟੂਲ ਨੇ। ਪਹਿਲਾ ਕੰਪੈरेटिव टूल, ਸੈਕੰਡ ਕਾਮਨ ਸਾਈਜ਼, ਥਰਡ ਰੇਸ਼ੀਓ, ਫੋਰਥ ਟ੍ਰੈਂਡ ਐਨਾਲਾਈਜ਼ ਐਂਡ ਫਿਫਥ ਕੈਸ਼ ਫਲੋ ਸਟੇਟਮੈਂਟ। ਬੱਚੋ ਇਹਦੇ ਵਿੱਚ ਮੋਸਟ ਇੰਪੋਰਟੈਂਟ ਪਹਿਲੇ 3 ਤੇ 5ਵਾਂ ਟ੍ਰੈਂਡ ਐਨਾਲਾਈਜ਼ ਇੰਨਾ ਇੰਪੋਰਟੈਂਟ ਨਹੀਂ ਹੈ, ਬਟ ਆਪਾਂ ਫਿਰ ਵੀ ਇਹਨਾਂ ਦੇ ਪ੍ਰੈਕਟੀਕਲ ਕੁਐਸਚਨਸ ਡਿਸਕਸ ਕਰਾਂਗੇ। ਆਪਾਂ ਹਰ ਇੱਕ ਦੀ ਥਿਊਰੀ, ਹਰ ਇੱਕ ਦਾ ਪ੍ਰੈਕਟੀਕਲ ਕਰਾਂਗੇ। ਸੋ ਇਹ 5 ਟੂਲਸ ਨੇ, 1 बाय 1 ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ। ਸੋ ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਸਟਾਰਟ ਕਰਾਂਗੇ ਕੰਪੈरेटिव ਸਟੇਟਮੈਂਟ। ਕਲੀਅਰ ਬੱਚੇ। ਇਹ 5 ਟੂਲਸ ਨੇ, ਇਹ 5 ਟੂਲਸ ਦੇ ਵਿੱਚੋਂ ਤੁਹਾਨੂੰ ਪ੍ਰੈਕਟੀਕਲ ਕੁਐਸਚਨਸ ਫਾਈਨਲ ਐਗਜ਼ਾਮਸ 'ਚ ਜ਼ਰੂਰ ਮਿਲਣਗੇ। ਸੋ ਇਸ ਕਰਕੇ ਇਹਨਾਂ ਦੀਆਂ ਅਲੱਗ-ਅਲੱਗ ਵੀਡੀਓਜ਼ ਬਣਾਵਾਂਗੇ ਤਾਂ ਕਿ ਇੰਪੋਰਟੈਂਟ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਵਰ ਅਪ ਕਰ ਸਕੀਏ। ਸੋ ਹੁਣ ਤੱਕ ਲਈ ਥੈਂਕ ਯੂ ਸੋ ਮਚ। ਥੈਂਕਸ ਟੂ ਆਲ।